ਸਤਿ ਸ਼੍ਰੀ ਅਕਾਲ। ਮੈਂ ਦਲਜੀਤ ਕੌਰ, ਵੋਕੇਸ਼ਨਲ ਮਿਸਟਰੈਸ, ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅਧੀਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਭਾਰਸਿੰਘਪੁਰਾ ਡਿਸਟ੍ਰਿਕਟ ਜਲੰਧਰ ਵਿਖੇ ਸੇਵਾਵਾਂ ਨਿਭਾ ਰਹੀ ਹਾਂ। ਹਾਂਜੀ ਬੱਚਿਓ, ਅਸੀਂ ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੀ 12ਵੀਂ ਕਲਾਸ ਦਾ ਜਿਹੜਾ ਸਬਜੈਕਟ ਹੈ ਇੰਪੋਰਟ ਮੈਨੇਜਮੈਂਟ, ਇਹਦਾ 11ਵਾਂ ਟੌਪਿਕ ਕੀਤਾ ਸੀ ਸਿਲੈਕਟਿੰਗ ਓਵਰਸੀਜ਼ ਮਾਰਕੀਟ। ਇਹਦਾ ਅਸੀਂ ਕੁਝ ਭਾਗ ਪਹਿਲੀ ਪ੍ਰੈਜੈਂਟੇਸ਼ਨ ਦੇ ਵਿੱਚ ਕੀਤਾ ਸੀ। ਹੁਣ ਮੈਨੂੰ ਨੰਬਰ 2 ਦਿੱਤਾ ਹੈ, ਮਤਲਬ ਇਹਦਾ ਦੂਜਾ ਭਾਗ ਹੈ। ਅਸੀਂ ਪਹਿਲੇ ਭਾਗ ਦੇ ਵਿੱਚ ਇਹ ਪੜ੍ਹਿਆ ਸੀ ਕਿ ਕਿਹੜੇ ਦੇਸ਼ ਵਿੱਚ ਉਹ ਉਤਪਾਦ ਮਿਲ ਰਹੇ ਆ ਜਿਹੜੇ ਸਾਨੂੰ ਚਾਹੀਦੇ ਆ, ਤੇ ਅਸੀਂ ਵੱਖ-ਵੱਖ ਕੰਟਰੀਜ਼ ਜਿਵੇਂ US, ਚੀਨ, UK, ਇਹਨਾਂ ਦੇ ਰੇਟਸ ਕੰਪੇਅਰ ਕਰਦੇ ਆ, ਕੁਆਲਿਟੀ ਕੰਪੇਅਰ ਕਰਦੇ ਆ ਪ੍ਰੋਡਕਟ ਦੀ, ਤੇ ਉਸ ਹਿਸਾਬ ਨਾਲ ਅਸੀਂ ਸਿਲੈਕਟ ਕਰਦੇ ਆ ਕਿ ਸਾਡੀ ਜਿਹੜੀ ਮਾਰਕੀਟ ਕਿਹੜੀ ਹੋਏਗੀ। ਅੱਜ ਦੇ ਟੌਪਿਕ ਵਿੱਚ ਅਸੀਂ ਜਿਹੜੇ ਪੁਆਇੰਟ ਪੜ੍ਹਨੇ ਆ ਉਹ ਹੈ ਕਿ ਕਿਹੜੇ ਫੈਕਟਰਸ ਨੋਟਿਸ ਕੀਤੇ ਜਾਂਦੇ ਆ ਜਦੋਂ ਅਸੀਂ ਮਾਰਕੀਟ ਨੂੰ ਸਿਲੈਕਟ ਕਰਨਾ, ਤੇ ਜਿਹੜੀ ਮਾਰਕੀਟ ਨੂੰ ਸਿਲੈਕਟ ਕਰਨ ਦੀ ਪ੍ਰਕਿਰਿਆ ਆ, ਪ੍ਰੋਸੀਜਰ ਆ, ਪ੍ਰੋਸੈਸ ਆ, ਉਹ ਕੀ ਆ। ਅੱਜ ਅਸੀਂ ਪ੍ਰੋਸੈਸ ਪੜਾਂਗੇ ਤੇ ਜ਼ਰੂਰੀ ਕਾਰਕ ਪੜਾਂਗੇ ਸਿਲੈਕਟਿੰਗ ਓਵਰਸੀਜ਼ ਮਾਰਕੀਟ ਦੇ ਅੰਡਰ। ਠੀਕ ਹੈ, ਪਹਿਲਾ ਟੌਪਿਕ ਅਸੀਂ ਪੜ ਚੁੱਕੇ ਹਾਂ ਪਹਿਲੀ ਪ੍ਰੈਜੈਂਟੇਸ਼ਨ 'ਚ, ਜਿਹਦੇ ਵਿੱਚ ਅਸੀਂ ਸਿਲੈਕਸ਼ਨ ਕੀਤੀ। ਹੁਣ ਮੁੱਖ ਫੈਕਟਰ ਜਿਹੜੇ ਆ, ਮੁੱਖ ਕਾਰਕ ਅਸੀਂ ਦੇਖਣੇ ਆ ਕਿਹੜੇ ਹੁੰਦੇ ਆ ਜਦੋਂ ਅਸੀਂ ਮਾਰਕੀਟ ਸਿਲੈਕਟ ਕਰਦੇ ਆ। ਠੀਕ ਹੈ, ਤੇ ਉਸ ਤੋਂ ਅੱਗੇ ਅਸੀਂ ਪ੍ਰੋਸੈਸ, ਪ੍ਰਕਿਰਿਆ ਪੜ੍ਹਨੀ ਹੈ ਕਿ ਕਿਹੜੀ ਪ੍ਰਕਿਰਿਆ ਅਸੀਂ ਫੋਲੋ ਕਰਨੀ ਹੈ, ਕਿਹੜੀ ਪ੍ਰੋਸੈਸ ਅਸੀਂ ਫੋਲੋ ਕਰਨੀ ਆ। ਉਹ 7 ਸਟੈਪਸ ਦੀ ਹੋਏਗੀ ਵੀ ਜਦੋਂ ਅਸੀਂ ਮਾਰਕੀਟ ਸਿਲੈਕਟ ਕਰਨੀ ਹੈ, ਤੇ ਉਸ ਪ੍ਰੋਸੈਸ ਦੇ ਅੰਡਰ ਹੀ ਅਸੀਂ ਆਪਣਾ ਕੰਮ ਕਰਨਾ ਹੈ। ਠੀਕ ਹੈ, ਫੈਕਟਰਸ ਆਫ ਸਿਲੈਕਸ਼ਨ, 3 ਮੁੱਖ ਜਿਹੜੇ ਫੈਕਟਰਸ ਆ, ਚੋਣ ਦੇ ਕਾਰਕ, ਫੈਕਟਰਸ ਆਫ ਸਿਲੈਕਸ਼ਨ। ਮਾਰਕੀਟ ਦੀ ਚੋਣ ਸਮੇਂ ਧਿਆਨ ਰੱਖਣ ਯੋਗ ਮੁੱਖ ਕਾਰਕ ਹੇਠ ਲਿਖੇ ਅਨੁਸਾਰ ਹਨ। ਮੁਕਾਬਲਾ, ਪਹਿਲੇ ਨੰਬਰ ਤੇ ਮੁਕਾਬਲਾ। ਮੈਂ ਇਸ ਪਿਕਚਰ ਦੇ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ ਕੰਪੀਟੀਸ਼ਨ। ਸਾਈਜ਼ ਆਫ ਦ ਮਾਰਕੀਟ ਸੈਕਿੰਡ ਪੁਆਇੰਟ ਹੈ, ਔਰ ਮਾਰਕੀਟ ਪੋਜੀਸ਼ਨ ਇਹ ਥਰਡ ਜਿਹੜਾ ਫੈਕਟਰ ਹੈ। ਇਹ 3 ਮੇਨ ਫੈਕਟਰ ਆ ਜਿਹੜੇ ਅਸੀਂ ਅੱਜ ਸਟੱਡੀ ਕਰਨੇ ਆ। ਪਹਿਲਾ ਹੈ ਕੰਪੀਟੀਸ਼ਨ, ਮੁਕਾਬਲਾ। ਇਸ ਅਨੁਸਾਰ ਆਯਾਤਕਾਰ ਨੂੰ ਅਜਿਹੀ ਮਾਰਕੀਟ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਮੁਕਾਬਲਾ ਕੰਪਨੀਆਂ ਮੌਜੂਦ ਹੋਣ, ਕਿਉਂਕਿ ਅਜਿਹੀ ਮਾਰਕੀਟ ਵਿੱਚ ਘੱਟ ਮੁੱਲ ਤੇ ਵਧੀਆ ਉਤਪਾਦ ਮਿਲਣ ਦੀ ਸੰਭਾਵਨਾ ਹੁੰਦੀ ਹੈ। ਹਾਂਜੀ ਬੱਚੇ, ਜਿਹੜੀ ਮਾਰਕੀਟ ਦੇ ਵਿੱਚ ਜ਼ਿਆਦਾ ਕੰਪਨੀਆਂ ਆ, ਜ਼ਿਆਦਾ ਲੋਕ ਸੇਮ ਚੀਜ਼ ਵੇਚ ਰਹੇ ਆ, ਉੱਥੇ ਸਾਨੂੰ ਸਸਤੀ ਤੇ ਵਧੀਆ ਚੀਜ਼ ਮਿਲਣ ਦੀ ਆਸ ਹੁੰਦੀ ਹੈ। ਮਤਲਬ ਜਿੱਥੇ ਕੰਪੀਟੀਸ਼ਨ ਜ਼ਿਆਦਾ ਹੈ, ਜਿੱਥੇ ਮੁਕਾਬਲਾ ਜ਼ਿਆਦਾ ਹੈ। ਮੰਨ ਲਓ ਜਿਹੜਾ ਪ੍ਰੋਡਕਟ, ਜਿਹੜਾ ਉਤਪਾਦ ਸਾਨੂੰ ਚਾਹੀਦਾ ਹੈ, ਉਹ 5 ਕੰਪਨੀਆਂ ਦੇ ਕੋਲ ਆ, ਉਹਨਾਂ 5 ਦੀ ਕੁਆਲਿਟੀ ਤੇ ਉਹਨਾਂ ਦਾ ਰੇਟ ਅਸੀਂ ਕੰਪੇਅਰ ਕਰਾਂਗੇ। ਜਿਹਦੇ ਕੋਲ ਸਾਨੂੰ ਵਧੀਆ ਕੁਆਲਿਟੀ ਔਰ ਰੇਟ ਹੋਏਗਾ, ਅਸੀਂ ਉਹ ਚੂਜ਼ ਕਰਾਂਗੇ। ਪਰ ਸਾਨੂੰ ਮਾਰਕੀਟ ਕਿਹੜੀ ਚੁਣਨੀ ਚਾਹੀਦੀ ਹੈ? ਜਿੱਥੇ ਜ਼ਿਆਦਾ ਮੁਕਾਬਲਾ, ਜਿੱਥੇ ਜ਼ਿਆਦਾ ਕੰਪੀਟੀਸ਼ਨ ਹੈ, ਜਿੱਥੇ ਉਸ ਉਤਪਾਦ ਨੂੰ ਵੇਚਣ ਵਾਲੀਆਂ ਜ਼ਿਆਦਾ ਕੰਪਨੀਆਂ ਨੇ। ਠੀਕ ਹੈ, ਸੈਕਿੰਡ ਪੁਆਇੰਟ ਸਾਡਾ ਹੈ ਮਾਰਕੀਟ ਦਾ ਆਕਾਰ, ਸਾਈਜ਼ ਆਫ ਦਾ ਮਾਰਕੀਟ। ਸਾਡਾ ਦੂਸਰਾ ਕਾਰਕ ਜਿਹੜਾ ਅਸੀਂ ਧਿਆਨ 'ਚ ਰੱਖਣਾ ਹੈ ਮਾਰਕੀਟ ਦੀ ਸਿਲੈਕਸ਼ਨ ਕਰਨ ਸਮੇਂ, ਕਿ ਉਸ ਮਾਰਕੀਟ ਦਾ ਸਾਈਜ਼ ਕਿੱਡਾ ਕੁ ਹੈ, ਉਹਦਾ ਆਕਾਰ ਕਿੱਡਾ ਕੁ ਹੈ। ਠੀਕ ਹੈ, ਇਸ ਅਨੁਸਾਰ ਆਯਾਤਕਾਰ ਦੁਆਰਾ ਜ਼ਿਆਦਾਤਰ ਵੱਡੀ ਮਾਰਕੀਟ ਦੀ ਚੋਣ ਕਰਨੀ ਚਾਹੀਦੀ ਹੈ ਜਿਸ ਵਿੱਚ ਜ਼ਿਆਦਾ ਵੇਚਣ ਵਾਲੀਆਂ ਕੰਪਨੀਆਂ ਮੌਜੂਦ ਹੁੰਦੀਆਂ ਹਨ। ਜ਼ਿਆਦਾ ਕੰਪਨੀਆਂ ਦੁਆਰਾ ਆਪੋ ਆਪਣੇ ਉਤਪਾਦ ਨੂੰ ਵੇਚਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਤੇ ਖਰੀਦਦਾਰ ਲਈ ਵੱਡੀ ਵੈਰਾਈਟੀ ਵਿੱਚ ਉਤਪਾਦ ਉਪਲਬਧ ਹੋ ਜਾਂਦੇ ਹਨ। ਬੱਚੇ, ਹੁਣ ਜਦੋਂ ਅਸੀਂ ਮਾਰਕੀਟ ਚੁਣਨੀ ਹੈ ਤੇ ਅਸੀਂ ਇਹ ਦੇਖਣਾ ਹੈ ਕਿ ਉਹਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਹੋਣ ਜਿਹੜੀਆਂ ਉਹ ਚੀਜ਼ ਵੇਚ ਰਹੀਆਂ। ਜਿੰਨੀ ਜ਼ਿਆਦਾ ਵੱਡੀ ਮਾਰਕੀਟ ਹੋਏਗੀ, ਉਨੀਆਂ ਜ਼ਿਆਦਾ ਕੰਪਨੀਆਂ ਹੋਊਗੀਆਂ, ਤੇ ਸਾਡੇ ਲਈ ਚੁਆਇਸ ਵੱਧ ਹੋਊਗੀ, ਤੇ ਹਰ ਇੱਕ ਜਿਹੜਾ ਵੇਚਣ ਵਾਲਾ, ਉਹ ਉਤਪਾਦ ਵੇਚਣ ਵਾਲਾ ਜਿਹੜਾ ਸਾਨੂੰ ਚਾਹੀਦਾ,
ਉਹ ਉਸ ਨੂੰ ਵੇਚਣ ਤੇ ਜ਼ੋਰ ਦੇਗਾ, ਉਹਦੀਆਂ ਕੁਆਲਿਟੀਜ਼ ਉਹਦਾ ਹਰ ਇੱਕ ਪੱਖ ਸਾਡੇ ਸਾਹਮਣੇ ਰੱਖੇਗਾ ਤਾਂ ਜੋ ਅਸੀਂ ਉਹਨੂੰ ਆਸਾਨੀ ਨਾਲ ਖਰੀਦ ਲਈਏ। ਇਸ ਲਈ ਹਮੇਸ਼ਾ ਵੱਡੇ ਸਾਈਜ਼ ਵਾਲੀ ਮਾਰਕੀਟ ਤੇ ਅਸੀਂ ਫੋਕਸ ਕਰਨਾ ਹੈ ਜਿੱਥੇ ਬਹੁਤ ਸਾਰੀ ਕੰਪਨੀਜ਼ ਹੋਣ। ਠੀਕ ਹੈ। ਤੀਸਰਾ ਸਾਡਾ ਮੇਨ ਜਿਹੜਾ ਫੈਕਟਰ ਆ ਉਹ ਹੈਗਾ ਮਾਰਕੀਟ ਦੀ ਸਥਿਤੀ, ਮਾਰਕੀਟ ਪੋਜੀਸ਼ਨ। ਮਤਲਬ ਮਾਰਕੀਟ ਦੀ ਕੀ ਪੋਜੀਸ਼ਨ ਹੈ, ਕੀ ਉਹਦੇ ਕੀ ਹਾਲਾਤ ਹੈਗੇ ਆ। ਆਯਾਤਕਾਰ ਨੂੰ ਅਜਿਹੀ ਮਾਰਕੀਟ ਦੀ ਚੋਣ ਕਰਨੀ ਚਾਹੀਦੀ ਹੈ ਜਿਸ ਦੀ ਸਥਿਤੀ ਚੰਗੀ ਹੋਵੇ, ਜਿਸ ਲਈ ਆਯਾਤਕਾਰ ਦੁਆਰਾ ਵਿਦੇਸ਼ੀ ਸੰਸਥਾਵਾਂ ਪਾਸੋਂ ਜਾਂ ਹੋਰ ਵਿਦੇਸ਼ੀ ਜਾਣਕਾਰਾਂ ਪਾਸੋਂ ਜਾਣਕਾਰੀ ਪ੍ਰਾਪਤ ਕਰਕੇ ਚੋਣ ਕੀਤੀ ਜਾ ਸਕਦੀ ਹੈ। ਹੁਣ ਅਸੀਂ ਜਦੋਂ ਚੀਜ਼ਾਂ ਖਰੀਦਦੇ ਆ ਤਾਂ ਰਿਵਿਊਜ਼ ਹੁੰਦੇ ਆ ਲੋਕਾਂ ਦੇ ਕਿ ਇਹ ਚੀਜ਼ ਵਧੀਆ ਕਿ ਨਹੀਂ ਆ। ਸਾਨੂੰ ਇਹ ਸਾਰਾ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਕਿਹੜੀ ਕੰਪਨੀ ਕਿਹੜੇ ਦੇਸ਼ ਦੇ ਵਿੱਚ ਵਧੀਆ ਹੈ। ਜੇ ਕੰਪਨੀ ਦੇ ਰਿਵਿਊ ਸਾਨੂੰ ਚੰਗੇ ਨਹੀਂ ਮਿਲਦੇ ਕਿ ਕੰਪਨੀ ਵਧੀਆ ਨਹੀਂ ਹੈ ਤਾਂ ਸਾਨੂੰ ਉਹ ਵਾਲੀ ਕੰਪਨੀ ਤੋਂ, ਉਸ ਦੇਸ਼ ਤੋਂ ਕਦੀ ਵੀ ਸਮਾਨ ਨਹੀਂ ਖਰੀਦਣਾ ਚਾਹੀਦਾ। ਤੇ ਇਸ ਲਈ ਮਾਰਕੀਟ ਦੀ ਸਥਿਤੀ ਦੇਖਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਆਪਣਾ ਜਿਹੜਾ ਪ੍ਰੋਡਕਟ ਆ ਉਹ ਯਾਦ ਕਰਨਾ ਹੈ। ਠੀਕ ਹੈ। ਸੋ ਮਾਰਕੀਟ ਦੀ ਪੋਜੀਸ਼ਨ ਇਹ ਵੀ ਇੱਕ ਮੇਨ ਫੈਕਟਰ ਹੈ। ਠੀਕ ਹੈ ਰਾਜੇ। ਹਾਂਜੀ ਬੱਚੇ, ਹੁਣ ਅਸੀਂ ਪੜਾਂਗੇ ਪ੍ਰੋਸੀਜਰ ਆਫ ਸਿਲੈਕਟਿੰਗ ਓਵਰਸੀਜ਼ ਮਾਰਕੀਟ, ਵਿਦੇਸ਼ੀ ਮਾਰਕੀਟ ਦੀ ਚੋਣ ਪ੍ਰਕਿਰਿਆ। ਜਦੋਂ ਅਸੀਂ 3 ਫੈਕਟਰ ਪੜ੍ਹ ਲਏ ਮੇਨ, ਉਸ ਤੋਂ ਬਾਅਦ ਅਸੀਂ ਪ੍ਰਕਿਰਿਆ ਕੀ ਆ, ਪ੍ਰੋਸੀਜਰ ਕੀ ਆ ਜਿਹੜਾ ਅਸੀਂ ਫੋਲੋ ਕਰਨਾ ਆ ਮਾਰਕੀਟ ਨੂੰ ਸਿਲੈਕਟ ਕਰਨ ਵੇਲੇ, ਵਿਦੇਸ਼ੀ ਮਾਰਕੀਟ ਦੀ ਚੋਣ ਕਰਨ ਸਮੇਂ, ਉਹ ਅਸੀਂ 7 ਸਟੈਪਸ ਦੇ ਵਿੱਚ ਪੜਾਂਗੇ ਇਹ ਪ੍ਰੋਸੈਸ। ਪਹਿਲਾ ਪੁਆਇੰਟ ਹੈਗਾ ਡਿਫਾਈਨਿੰਗ ਆਬਜੈਕਟਿਵਸ, ਭਾਵ ਉਦੇਸ਼ ਨਿਰਧਾਰਨ ਕਰਨਾ। ਠੀਕ ਹੈ। ਸਿਲੈਕਟਿੰਗ ਪੈਰਾਮੀਟਰਸ ਫॉर ਸਿਲੈਕਸ਼ਨ ਆਫ ਟਾਰਗੇਟ ਮਾਰਕੀਟ, ਭਾਵ ਮਾਰਕੀਟ ਦੀ ਚੋਣ ਲਈ ਮਾਪਦੰਡਾਂ ਦਾ ਨਿਰਧਾਰਨ ਕਰਨਾ। ਫਿਰ ਉਸ ਤੋਂ ਬਾਅਦ ਤੀਸਰਾ ਪੁਆਇੰਟ ਹੈ ਪ੍ਰੀਲਿਮਿਨਰੀ ਸਕਰੀਨਿੰਗ, ਭਾਵ ਸ਼ੁਰੂਆਤੀ ਸਕਰੀਨਿੰਗ। ਠੀਕ ਹੈ। ਮੈਂ ਇਹਨਾਂ ਦੀ ਡਿਟੇਲ ਤੁਹਾਨੂੰ ਅੱਗੇ ਪੜਾਵਾਂਗੀ, ਇਹ ਸਟੈਪ ਦੱਸ ਰਹੀ ਹਾਂ। ਠੀਕ ਹੈ। ਫੋਰਥ ਪੁਆਇੰਟ ਇਜ਼ ਸ਼ਾਰਟ ਲਿਸਟਿੰਗ ਆਫ ਮਾਰਕੀਟ, ਮਾਰਕੀਟਾਂ ਦੀ ਸੰਖੇਪ ਸੂਚੀ ਬਣਾਉਣੀ। ਠੀਕ ਹੈ। ਡਿਟੇਲਡ ਸਕ੍ਰੂਟਨੀ ਆਫ ਸ਼ਾਰਟ ਲਿਸਟਡ ਮਾਰਕੀਟ, ਸੰਖੇਪ ਸੂਚੀਬੱਧ ਮਾਰਕੀਟਾਂ ਦੀ ਵਿਸਤ੍ਰਿਤ ਪੜਤਾਲ। And 6th point is actual entrance in market, ਮਾਰਕੀਟ ਵਿੱਚ ਅਸਲ ਸ਼ੁਰੂਆਤ। ਠੀਕ ਹੈ। evaluation and selection, and the 7th point is ਮੁਲਾਂਕਣ ਅਤੇ ਚੋਣ, evaluation and selection। ਠੀਕ ਹੈ ਬੇਟਾ। ਅਸੀਂ ਹੁਣ ਇਹ ਜਿਹੜੇ 7 ਸਟੈਪਸ ਨੇ ਜੋ ਅਸੀਂ ਫੋਲੋ ਕਰਨੇ ਆ ਇਸ ਪ੍ਰਕਿਰਿਆ ਦੇ ਵਿੱਚ, ਇਸ ਪ੍ਰੋਸੀਜਰ ਦੇ ਵਿੱਚ, ਉਹ 1 by 1 ਅਸੀਂ ਪੜਾਂਗੇ। ਠੀਕ ਹੈ। ਪ੍ਰੋਸੀਜਰ ਆਫ ਸਿਲੈਕਟਿੰਗ ਓਵਰਸੀਜ਼ ਮਾਰਕੀਟ। ਹੁਣ ਜਿਹੜੀ ਅਸੀਂ ਓਵਰਸੀਜ਼ ਮਾਰਕੀਟ ਸਿਲੈਕਟ ਕਰਨ ਜਾ ਰਹੇ ਹਾਂ, ਉਹਨੂੰ ਸਿਲੈਕਟ ਕਰਨ ਦੇ ਜਿਹੜੇ ਸਟੈਪਸ ਨੇ ਪ੍ਰੋਸੀਜਰ ਦੇ ਵਿੱਚ, ਉਹ ਅਸੀਂ ਪੜਾਂਗੇ। ਨੰਬਰ 1 ਉਦੇਸ਼ ਨਿਰਧਾਰਨ ਕਰਨਾ, ਡਿਫਾਈਨਿੰਗ ਆਬਜੈਕਟਿਵਸ। ਇਸ ਪੜਾਅ ਵਿੱਚ ਆਯਾਤਕਰਤਾ ਕੰਪਨੀ ਦੁਆਰਾ ਆਪਣੇ ਉਤਪਾਦ ਦੀ ਲੋੜ ਦੇ ਮੁਤਾਬਿਕ ਅਨੁਮਾਨਿਤ ਮਾਰਕੀਟ ਬਾਰੇ ਨਿਰਦੇਸ਼ ਨਿਰਧਾਰਿਤ ਕੀਤੇ ਜਾਂਦੇ ਹਨ, ਭਾਵ ਉਸ ਦੁਆਰਾ ਤੈਅ ਕੀਤਾ ਜਾਂਦਾ ਹੈ ਕਿ ਉਸ ਨੂੰ ਕਿਸ ਕਿਸਮ ਦੀ ਮਾਰਕੀਟ ਦੀ ਜ਼ਰੂਰਤ ਹੈ। ਹਾਂਜੀ ਬੱਚੇ, ਇਸ ਸਟੈਪ ਦੇ ਵਿੱਚ ਜਿਹੜੀ ਆਯਾਤਕਾਰ ਕੰਪਨੀ ਆ ਉਹਦੇ ਦੁਆਰਾ ਕੁਝ ਅੰਦਾਜ਼ੇ ਦੇ ਨਾਲ ਕੁਝ ਨਿਰਦੇਸ਼ ਆਧਾਰਿਤ ਕਰ ਲਏ ਜਾਂਦੇ ਆ ਕਿ ਸਾਨੂੰ ਕਿੱਦਾਂ ਦੀ ਕੁਆਲਿਟੀ ਪ੍ਰੋਡਕਟ ਚਾਹੀਦਾ ਆ, ਉਹਦਾ ਰੇਟ ਕਿੰਨਾ ਕੁ ਹੋਣਾ ਚਾਹੀਦਾ ਆ, ਵੀ ਅਸਲ 'ਚ ਸਾਨੂੰ ਕੀ ਚਾਹੀਦਾ ਆ, ਜਿਹਦੇ ਹਿਸਾਬ ਨਾਲ ਅਸੀਂ ਮਾਰਕੀਟ ਨੂੰ ਸਿਲੈਕਟ ਕਰਨਾ ਹੈ। ਤੇ ਫਿਰ ਅਸੀਂ ਕੁਝ ਜਿਹੜੇ ਆਪਣੇ ਅਨੁਮਾਨਿਤ ਜਿਹੜੇ ਨਿਰਦੇਸ਼ ਆ ਉਹਨਾਂ ਨੂੰ ਤੈਅ ਕਰ ਲੈਂਦੇ ਆ ਤੇ ਉਹਨਾਂ ਦੇ ਹਿਸਾਬ ਨਾਲ ਅਸੀਂ ਮਾਰਕੀਟ ਦੀ ਕਿਸਮ ਜਿਹੜੀ ਆ ਉਹ ਸਿਲੈਕਟ ਕਰਦੇ ਆ ਕਿ ਸਾਨੂੰ ਕਿਸ ਕਿਸਮ ਦੀ ਮਾਰਕੀਟ ਵਿੱਚ ਐਂਟਰ ਹੋਣ ਦੀ ਲੋੜ ਹੈ। ਠੀਕ ਹੈ। ਦੂਸਰਾ ਪੁਆਇੰਟ ਹੈ ਮਾਰਕੀਟ ਦੀ ਚੋਣ ਲਈ ਮਾਪਦੰਡ ਨਿਰਧਾਰਿਤ ਕਰਨਾ, ਸਿਲੈਕਟਿੰਗ ਪੈਰਾਮੀਟਰਸ ਫॉर ਸਿਲੈਕਸ਼ਨ ਆਫ ਟਾਰਗੇਟ ਮਾਰਕੀਟ। ਹੁਣ ਅਸੀਂ ਜਿਹੜੀ ਮਾਰਕੀਟ ਨੂੰ ਟਾਰਗੇਟ ਕਰਨਾ ਆ ਉਹਦੇ ਜਿਹੜੇ ਪੈਰਾਮੀਟਰ ਸਿਲੈਕਟ ਕਰਨੇ ਆ, ਮਾਪਦੰਡ ਸਿਲੈਕਟ ਕਰਨੇ ਆ ਕਿ ਕੀ ਹੋਣੇ ਚਾਹੀਦੇ ਆ। ਮੰਨ ਲਓ ਜਿਹੜੀ ਅਸੀਂ ਮਾਰਕੀਟ ਸਿਲੈਕਟ ਕਰਨੀ ਆ
ਉਹਨੂੰ ਸਿਲੈਕਟ ਕਰਨ ਲਈ ਸਾਡੇ ਕੋਲ ਚੀਜ਼ ਖਰੀਦਣਗੇ, ਜਿਹੜਾ ਆਯਾਤਕਾਰ ਆ ਉਹਦੇ ਕੋਲ ਕਿੱਦਾਂ ਦੇ ਗਾਹਕ ਆ, ਉਹਨਾਂ ਦੀ ਕੀ ਮੰਗ ਆ, ਤੇ ਉਹਨੂੰ ਘੱਟ ਮੁਕਾਬਲੇ ਵਾਲੀਆਂ ਕੰਪਨੀਆਂ ਚਾਹੀਦੀਆਂ ਜਾਂ ਵੱਧ, ਉਹ ਇਸ ਪੁਆਇੰਟ ਦੇ ਵਿੱਚ ਦੇਖਾਂਗੇ। ਇਸ ਪੜਾਅ ਦੇ ਵਿੱਚ ਆਯਾਤਕਾਰ ਇਕਾਈ ਦੁਆਰਾ ਮਾਰਕੀਟ ਦੀ ਚੋਣ ਲਈ ਮਾਪਦੰਡਾਂ ਦਾ ਨਿਰਧਾਰਿਤ ਕੀਤਾ ਜਾਂਦਾ ਹੈ। ਜਿਹੜੀ ਮਾਰਕੀਟ ਇਹਨਾਂ ਮਾਪਦੰਡਾਂ ਅਨੁਸਾਰ ਸਹੀ ਹੋਵੇ ਉਸ ਦੀ ਚੋਣ ਕੀਤੀ ਜਾਂਦੀ ਹੈ। ਅਜਿਹੇ ਮਾਪਦੰਡਾਂ ਦੀਆਂ ਉਦਾਹਰਨਾਂ ਪ੍ਰੋਡਕਟ ਦੀ ਮੰਗ, ਘੱਟ ਮੁਕਾਬਲਾ ਕੰਪਨੀਆਂ, ਗਾਹਕਾਂ ਦੀ ਮਾਤਰਾ ਅਤੇ ਸੋਚ ਆਦਿ ਹੁੰਦੇ ਹਨ। ਹੁਣ ਅਸੀਂ ਜਿਹੜਾ ਆਯਾਤਕਾਰ ਇਕਾਈ ਆ, ਜਿਹੜੀ ਆਯਾਤ ਕਰਨ ਵਾਲੀ ਕੰਪਨੀ ਆ, ਉਹ ਇਹ ਸੋਚਦੀ ਆ ਕਿ ਮਾਰਕੀਟ ਦੀ ਚੋਣ ਲਈ ਕਿਹੜੇ ਜਿਹੜੇ ਮੇਨ ਮਾਪਦੰਡ ਹੈਗੇ ਆ, ਉਹ ਅਸੀਂ ਜਿਹੜੇ ਉਹਨਾਂ ਦੀ ਸੂਚੀ ਬਣਾ ਲਈਏ ਕਿ ਸਾਡੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਕਿੰਨੀ ਕੁ ਮੰਗ ਆ, ਸਾਨੂੰ ਘੱਟ ਮੁਕਾਬਲਾ ਕੰਪਨੀਆਂ ਚਾਹੀਦੀਆਂ ਕਿ ਵੱਧ, ਗਾਹਕ ਦੀ ਸਾਡੇ ਕੋਲ ਕਿੰਨੀ ਕੁ ਮਾਤਰਾ ਆ, ਤੇ ਗਾਹਕਾਂ ਦੀ ਕੀ ਸੋਚ ਆ ਕਿ ਉਹਨਾਂ ਨੂੰ ਕਿੱਦਾਂ ਦਾ ਪ੍ਰੋਡਕਟ ਚਾਹੀਦਾ, ਕਿੱਦਾਂ ਦੀ ਕੁਆਲਿਟੀ ਚਾਹੀਦੀ ਹੈ। ਤੇ ਪ੍ਰੋਸੀਜਰ ਆਫ ਸਿਲੈਕਟਿੰਗ ਓਵਰਸੀਜ਼ ਮਾਰਕੀਟ ਪੜ੍ਹ ਰਹੇ ਹਾਂ ਆਪਾਂ ਬੱਚੇ। ਥਰਡ ਪੁਆਇੰਟ ਇਜ਼ ਸ਼ੁਰੂਆਤੀ ਸਕਰੀਨਿੰਗ, ਪ੍ਰੀਲਿਮਿਨਰੀ ਸਕਰੀਨਿੰਗ। ਇਸ ਪੜਾਅ ਵਿੱਚ ਆਯਾਤਕਰਤਾ ਦੁਆਰਾ ਜਿੰਨੀਆਂ ਵੀ ਮਾਰਕੀਟਾਂ ਨੂੰ ਚੋਣ ਲਈ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੁੰਦਾ ਹੈ, ਵਿੱਚੋਂ ਸ਼ੁਰੂਆਤੀ ਜਾਇਜ਼ਾ ਲਿਆ ਜਾਂਦਾ ਹੈ ਤਾਂ ਜੋ ਸਭ ਤੋਂ ਜ਼ਿਆਦਾ ਉਚਿਤ ਮਾਰਕੀਟ ਦੀ ਚੋਣ ਕੀਤੀ ਜਾ ਸਕੇ। ਇਸ ਲਈ ਆਯਾਤਕਰਤਾ ਦੁਆਰਾ ਸਾਰੀਆਂ ਮਾਰਕੀਟਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਵਿਸ਼ਲੇਸ਼ਣ ਤੋਂ ਬਾਅਦ ਨਿਰਣਾ ਲਿਆ ਜਾਂਦਾ ਹੈ। ਹੁਣ ਅਸੀਂ ਕੁਝ ਦੇਸ਼ ਜਿਹੜੇ ਆ ਸਿਲੈਕਟ ਕੀਤੇ ਹੁੰਦੇ ਆ, ਉੱਥੋਂ ਦੀਆਂ ਮਾਰਕੀਟ ਸਿਲੈਕਟ ਕੀਤੀਆਂ ਹੁੰਦੀਆਂ, ਉਹਦੇ ਵਿੱਚੋਂ ਅਸੀਂ ਸਕਰੀਨਿੰਗ ਕਰਨੀ ਆ ਕਿ ਜਿਹੜੇ ਅਸੀਂ ਪੈਰਾਮੀਟਰਸ ਜਿਹੜੇ ਸਿਲੈਕਟ ਕੀਤੇ ਹੋਏ ਆ, ਜੋ ਸਾਨੂੰ ਚੀਜ਼ ਚਾਹੀਦੀ ਹੈ ਉਹਦੇ ਅਕੋਰਡਿੰਗ, ਉਹਨਾਂ ਪੈਰਾਮੀਟਰਸ ਦੇ ਅਕੋਰਡਿੰਗ ਅਸੀਂ ਇਹਦੇ ਵਿੱਚ ਸਕਰੀਨਿੰਗ ਕਰ ਦੇਣੀ ਆ ਵੀ ਜਿਹੜੀਆਂ 2-4 ਕੰਪਨੀਆਂ ਉਹਦੇ ਵਿੱਚੋਂ ਵਧੀਆ ਹੈਗੀਆਂ ਅਸੀਂ ਸਿਰਫ ਉਹ ਸਿਲੈਕਟ ਕਰ ਲੈਣੀ ਆ, ਤੇ ਉਹਨਾਂ ਮਾਰਕੀਟਸ ਦੀ ਫਿਰ ਅਸੀਂ ਡਿਟੇਲ ਦੇ ਵਿੱਚ ਜਾਣਕਾਰੀ ਇਕੱਠੀ ਕਰਨੀ ਹੈ ਕਿ ਇਹ ਸਾਰਾ ਕੁਝ ਆਥੈਂਟਿਕ ਹੈ, ਸਹੀ ਹੋਏਗਾ, ਕੁਝ ਫੇਕ ਤਾਂ ਨਹੀਂ ਹੋਏਗਾ, ਸਾਨੂੰ ਕੁਝ ਪ੍ਰੋਬਲਮ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ, ਜਦੋਂ ਇਹ ਸਮਾਨ ਮੰਗਵਾਵਾਂਗੇ ਕਿਸੇ ਪ੍ਰੋਸੀਜਰ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਆਏਗੀ, ਜਿਵੇਂ ਸ਼ਿਪਿੰਗ ਦੇ ਵਿੱਚ ਜਾਂ ਪੇਪਰ ਵਰਕ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਰਮੈਲਿਟੀ 'ਚ ਸਾਨੂੰ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਵੇ। ਇਸ ਲਈ ਅਸੀਂ ਸਾਰੀ ਜਾਣਕਾਰੀ ਉਹਨਾਂ ਮਾਰਕੀਟਸ ਦੇ ਬਾਰੇ ਵਿੱਚ ਇਕੱਠੀ ਕਰ ਲਵਾਂਗੇ ਤੇ ਉਸ ਜਾਣਕਾਰੀ ਨਾਲ ਅਸੀਂ ਇਹ ਵਿਸ਼ਲੇਸ਼ਣ ਕਰ ਲਵਾਂਗੇ ਕਿ ਇਹ 4-5 ਕੰਪਨੀਆਂ ਅਸੀਂ ਸਿਲੈਕਟ ਕਰ ਲਈਆਂ, ਅਸੀਂ ਇਹ ਡਿਸੀਜਨ ਲੈ ਲਵਾਂਗੇ ਕਿ ਇਹਨਾਂ ਕੋਲੋਂ ਹੀ ਅਸੀਂ ਆਪਣੇ ਉਤਪਾਦ ਜਿਹੜੇ ਆ ਆਯਾਤ ਕਰਨੇ ਹਨ। ਚੌਥਾ ਪੁਆਇੰਟ ਕੀ ਹੈ? ਮਾਰਕੀਟ ਦੀ ਸੰਖੇਪ ਸੂਚੀ ਬਣਾਉਣੀ, ਸ਼ਾਰਟ ਲਿਸਟਿੰਗ ਆਫ ਮਾਰਕੀਟ। ਇਸ ਪੜਾਅ ਵਿੱਚ ਪਿਛਲੇ ਪੜਾਅ ਵਿੱਚੋਂ ਮਾਰਕੀਟਾਂ ਦੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਮਾਪਦੰਡਾਂ ਨੂੰ ਪੂਰੀਆਂ ਕਰਨ ਵਾਲੀਆਂ ਕਈ ਮਾਰਕੀਟਾਂ ਦੀ ਸੰਖੇਪ ਸੂਚੀ ਬਣਾਈ ਜਾਂਦੀ ਹੈ ਤਾਂ ਜੋ ਇਹਨਾਂ ਉੱਪਰ ਵਿਸਥਾਰ ਵਿੱਚ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ ਜਾ ਸਕੇ। ਹੁਣ ਜਿਹੜੀਆਂ ਅਸੀਂ ਮਾਰਕੀਟਸ ਸਿਲੈਕਟ ਕੀਤੀਆਂ ਪਹਿਲੇ ਪੜਾਅ, ਥਰਡ ਪੜਾਅ ਦੇ ਵਿੱਚ, ਅਸੀਂ ਉਹਨਾਂ ਦੀ ਮਤਲਬ ਸ਼ਾਰਟ ਦੇ ਵਿੱਚ ਇੱਕ ਸੂਚੀ ਬਣਾ ਲੈਂਦੇ ਆ ਕਿ ਇਹ ਚੀਜ਼ਾਂ ਇਹਦੇ ਕੋਲ ਸਾਨੂੰ ਮਿਲ ਰਹੀਆਂ, ਇਹਦੇ ਪੈਰਾਮੀਟਰਸ ਮੇਨ ਨੇ, ਤੇ ਅਸੀਂ ਫਿਰ ਉਹਦਾ ਅਧਿਐਨ ਕਰਦੇ ਆ, ਉਹਨੂੰ ਸਮਝਦੇ ਆ, ਉਹਨੂੰ ਕੰਪੇਅਰ ਕਰਦੇ ਆ ਤੇ ਫਿਰ ਵਿਸ਼ਲੇਸ਼ਣ ਕਰਦੇ ਆ। ਠੀਕ ਹੈ, ਤੇ ਇਸ ਤਰ੍ਹਾਂ ਅਸੀਂ ਕੁਝ ਕੰਪਨੀਆਂ ਨੂੰ ਸ਼ਾਰਟ ਲਿਸਟ ਕਰਦੇ ਆ, ਮਤਲਬ ਉਹਨਾਂ ਵਿੱਚੋਂ ਹੋਰ ਅਸੀਂ ਕਾਂਟ-ਛਾਂਟ ਕਰ ਦਿੰਦੇ ਆ। ਮੰਨ ਲਓ ਅਸੀਂ 6-7 ਕੰਪਨੀਆਂ ਚੁਣੀਆਂ ਸੀ, ਉਹਦੇ ਵਿੱਚੋਂ ਵੀ ਅਸੀਂ 4-5 ਸਿਲੈਕਟ ਕਰ ਲੈਂਦੇ ਆ। ਠੀਕ ਹੈ, ਉਹਦੇ ਵਿੱਚੋਂ ਵੀ ਅਸੀਂ ਕੁਝ ਕੰਪਨੀਆਂ ਕੱਢ ਦਿੰਦੇ ਆ ਜੋ ਸਾਨੂੰ ਆਪਣੇ ਪੈਰਾਮੀਟਰਸ ਦੇ ਅਕੋਰਡਿੰਗ ਸਹੀ ਨਹੀਂ ਲੱਗਦੀਆਂ, ਜਿਨ੍ਹਾਂ ਨਾਲ ਅਸੀਂ ਬਿਜ਼ਨਸ ਨਹੀਂ ਕਰ ਸਕਦੇ। ਠੀਕ ਹੈ। ਫਿਫਥ ਪੁਆਇੰਟ ਇਜ਼ ਸੰਖੇਪ ਸੂਚੀਬੱਧ ਮਾਰਕੀਟਾਂ ਦੀ ਵਿਸਤ੍ਰਿਤ ਪੜਤਾਲ, ਡਿਟੇਲਡ ਸਕ੍ਰੂਟਨੀ ਆਫ ਸ਼ਾਰਟਲਿਸਟਡ ਮਾਰਕੀਟਸ। ਇਸ ਪੜਾਅ ਵਿੱਚ ਉੱਪਰਲੇ ਪੜਾਅ ਵਿੱਚ ਚੁਣੀਆਂ ਗਈਆਂ ਮਾਰਕੀਟਾਂ ਵਿੱਚੋਂ ਹਰੇਕ ਦਾ ਵਿਸਥਾਰ ਵਿੱਚ ਵਿਸ਼ਲੇਸ਼ਣ ਕਰਕੇ ਸਭ ਤੋਂ ਜ਼ਿਆਦਾ ਉਚਿਤ ਮਾਰਕੀਟ ਦੀ ਚੋਣ ਕੀਤੀ ਜਾਂਦੀ ਹੈ ਜਿਸ ਵਿੱਚ ਉਦਮੀ ਦੁਆਰਾ ਵਪਾਰ ਸ਼ੁਰੂ ਕੀਤਾ ਜਾਂਦਾ ਹੈ। ਹੁਣ ਅਸੀਂ ਜਿਹੜੀਆਂ 4-5 ਸਕਰੀਨਿੰਗ ਤੋਂ ਬਾਅਦ ਜਿਹੜੀਆਂ 4-5 ਮੇਨ ਕੰਪਨੀ ਸਿਲੈਕਟ ਕਰ ਲਈਆਂ ਸੀ ਵੱਖ-ਵੱਖ ਕੰਟਰੀਜ਼ ਦੀਆਂ, ਉਹਦੇ ਵਿੱਚੋਂ ਅਸੀਂ ਆਪਣੀ ਫਾਈਨਲ ਇੱਕ ਮਾਰਕੀਟ ਚੁਣ ਲੈਣੀ ਹੈ ਜਿਹਦੇ ਨਾਲ ਅਸੀਂ ਅਸਲ ਦੇ ਵਿੱਚ ਵਪਾਰ ਸ਼ੁਰੂ ਕਰਨਾ
ਕਰਨ ਜਾ ਰਹੇ ਆ। ਠੀਕ ਹੈ, ਉਦਮੀ ਜਿਹੜਾ ਆਯਾਤ ਕਰਤਾ ਆ, ਜਿਹਨੇ ਬਿਜ਼ਨਸ ਸਟਾਰਟ ਕੀਤਾ ਹੋਇਆ, ਉਸ ਬੰਦੇ ਨੇ, ਉਸ ਕੰਪਨੀ ਨੇ ਇਹ ਇੱਕ ਫਾਈਨਲ ਮਾਰਕੀਟ ਹੁਣ ਸਿਲੈਕਟ ਕਰ ਲੈਣੀ ਆ ਅਸਲ ਵਿੱਚ, ਜਿਹਦੇ ਨਾਲ ਅਸੀਂ ਬਿਜ਼ਨਸ ਸ਼ੁਰੂ ਕਰਨਾ ਹੈ, ਵਪਾਰ ਸ਼ੁਰੂ ਕਰਨਾ ਹੈ। ਠੀਕ ਹੈ, 6th point is ਮਾਰਕੀਟ ਵਿੱਚ ਅਸਲ ਸ਼ੁਰੂਆਤ, ਐਕਚੁਅਲ ਐਂਟਰੈਂਸ ਇਨ ਮਾਰਕੀਟ। ਇਸ ਪੜਾਅ ਵਿੱਚ ਵਿਸਤ੍ਰਿਤ ਪੜਤਾਲ ਤੋਂ ਬਾਅਦ ਚੁਣੀ ਹੋਈ ਮਾਰਕੀਟ ਵਿੱਚ ਉਸ ਪ੍ਰੋਡਕਟ ਜਾਂ ਸੇਵਾ ਜਿਸ ਦੀ ਉਦਮੀ ਖਰੀਦ ਕਰਨੀ ਚਾਹੁੰਦਾ ਹੈ ਦੀ ਖਰੀਦ ਲਈ ਸੰਬੰਧਿਤ ਮਾਰਕੀਟ ਵਿੱਚ ਸ਼ੋਰੂਮ ਜਾਂ ਹੋਲਸੇਲ ਜਾਂ ਡਿਸਟ੍ਰੀਬਿਊਟਰ ਕੋਲ ਜਾ ਕੇ ਪ੍ਰੋਡਕਟ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਹੁਣ ਅਸੀਂ ਜਿਹੜੀ ਮਾਰਕੀਟ ਦੇ ਵਿੱਚ ਐਂਟਰ ਕਰਨ ਜਾ ਰਹੇ ਹਾਂ, ਉਹਦੀ ਉਸ ਇੱਕ ਸਿੰਗਲ ਮਾਰਕੀਟ ਦੀ ਜਿਹੜੀ ਆ ਅਸੀਂ ਡਿਟੇਲ ਦੇ ਵਿੱਚ ਉਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਇਕੱਠੀ ਕਰ ਲੈਣੀ ਆ ਕਿ ਉਹਦਾ ਸ਼ੋਰੂਮ ਕਿੱਥੇ ਹੈ, ਡਿਸਟ੍ਰੀਬਿਊਸ਼ਨ ਚੈਨਲਸ ਕੀ ਨੇ, ਮਤਲਬ ਜੋ ਡਿਸਟ੍ਰੀਬਿਊਸ਼ਨ ਚੈਨਲ ਆ ਉਹਨਾਂ ਕੋਲੋਂ ਵੀ ਅਸੀਂ ਪਤਾ ਕਰ ਸਕਦੇ ਹਾਂ। ਪ੍ਰੋਡਕਟ ਬਾਰੇ ਜਾਣਕਾਰੀ ਅਸੀਂ ਮੇਨਲੀ ਲੈ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਵਧੀਆ ਚੱਲ ਰਿਹਾ ਉਸ ਮਾਰਕੀਟ ਦੇ ਵਿੱਚ, ਤਾਂ ਹੀ ਅਸੀਂ ਉਹਨੂੰ ਖਰੀਦੀਏ। ਜੇ ਉੱਥੋਂ ਦੇ ਡਿਸਟ੍ਰੀਬਿਊਟਰ ਜਿਹੜੇ ਆ ਉਹੀ ਕਹਿਣ ਕਿ ਇਹ ਪ੍ਰੋਡਕਟ ਵਧੀਆ ਨਹੀਂ ਆ, ਤਾਂ ਫਿਰ ਅਸੀਂ ਇੰਨੀ ਦੂਰੋਂ ਸਮਾਨ ਕਿਉਂ ਖਰੀਦਾਂਗੇ। ਠੀਕ ਆ, ਅਸੀਂ ਉਸ ਪ੍ਰੋਡਕਟ ਬਾਰੇ ਫੋਕਸ ਕਰਾਂਗੇ, ਉਸ ਮੇਨ ਪ੍ਰੋਡਕਟ ਤੇ ਜਿਹੜਾ ਅਸੀਂ ਯਾਦ ਕਰਨਾ, ਤੇ ਉਹਦੇ ਬਾਰੇ ਉਸੇ ਮਾਰਕੀਟ ਦੇ ਵਿੱਚੋਂ ਜਾਣਕਾਰੀ ਇਕੱਠੀ ਕਰਾਂਗੇ ਕਿ ਉਹਦੇ ਕੀ ਰਿਵਿਊ ਨੇ, ਕੀ ਰਿਜ਼ਲਟਸ ਨੇ, ਲੋਕ ਸੈਟੀਸਫਾਈਡ ਨੇ ਕਿ ਨਹੀਂ ਸੈਟੀਸਫਾਈਡ, ਸਾਨੂੰ ਉਹ ਪ੍ਰੋਡਕਟ ਖਰੀਦਣਾ ਚਾਹੀਦਾ ਕਿ ਨਹੀਂ ਚਾਹੀਦਾ। ਐਕਚੁਅਲ ਐਂਟਰੈਂਸ ਅਸੀਂ ਮਾਰਕੀਟ ਦੇ ਵਿੱਚ ਕਰ ਜਾਂਦੇ ਹਾਂ। ਹਾਂਜੀ ਬੱਚੇ, ਸਾਡਾ 7th ਐਂਡ ਲਾਸਟ ਪੁਆਇੰਟ ਹੈ ਮੁਲਾਂਕਣ ਅਤੇ ਚੋਣ, ਇਵੈਲੂਏਸ਼ਨ ਐਂਡ ਸਿਲੈਕਸ਼ਨ। ਇਸ ਪੜਾਅ ਵਿੱਚ ਚੁਣੀ ਹੋਈ ਮਾਰਕੀਟ ਦੇ ਸਾਰੇ ਪੱਖਾਂ ਬਾਰੇ ਅਧਿਐਨ ਕਰਕੇ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਇਹ ਗੱਲ ਯਕੀਨੀ ਬਣਾਈ ਜਾਂਦੀ ਹੈ ਕਿ ਸਭ ਤੋਂ ਜ਼ਿਆਦਾ ਉਚਿਤ ਮਾਰਕੀਟ ਦੀ ਚੋਣ ਕੀਤੀ ਗਈ ਹੈ। ਹੁਣ ਜਿਹੜਾ ਲਾਸਟ ਇਹ ਪੁਆਇੰਟ ਹੈ, ਇਹਦਾ ਮੁੱਖ ਪੜਾਅ ਇਹ ਹੁੰਦਾ ਕਿ ਅਸੀਂ ਹੁਣ ਜਿਹੜੀ ਫਾਈਨਲ ਮਾਰਕੀਟ ਚੁਣ ਲਈ ਆ, ਉਹਦਾ ਅਸੀਂ ਮੁਲਾਂਕਣ ਕਰਦੇ ਆ ਤੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਜਿਹੜੀ ਅਸੀਂ ਮਾਰਕੀਟ ਸਿਲੈਕਟ ਕੀਤੀ ਹੈ ਉਹ ਅਸੀਂ ਉਹਦੀ ਚੋਣ, ਮਤਲਬ ਜੋ ਸਾਨੂੰ ਮਾਰਕੀਟ ਚਾਹੀਦੀ ਸੀ ਅਸੀਂ ਉਹਦੀ ਚੋਣ ਕਰ ਲਈ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਹੋਰ ਮਤਲਬ ਜ਼ਿਆਦਾ ਸਰਚ ਆਊਟ ਕਰਨ ਬਾਰੇ ਨਹੀਂ ਸੋਚਦੇ, ਅਸੀਂ ਫਾਈਨਲੀ ਇੱਕ ਮਾਰਕੀਟ ਦੇ ਵਿੱਚ ਐਂਟਰ ਹੋ ਗਏ ਹਾਂ, ਅਸੀਂ ਇਸ ਮਾਰਕੀਟ ਦੇ ਵਿੱਚ ਐਂਟਰ ਹੋਣ ਦਾ ਨਿਰਣਾ ਡਿਸੀਜਨ ਲੈ ਲਿਆ ਹੈ। ਠੀਕ ਹੈ ਬੱਚੇ, ਇਨ ਦਾ ਐਂਡ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਲੋਕਡਾਊਨ ਦੇ ਇੰਨੇ ਮੰਥਸ ਜਿਹੜੇ ਆ ਨਿਕਲ ਗਏ ਆ, ਅਸੀਂ ਆਨਲਾਈਨ ਸਟੱਡੀ ਕਰ ਰਹੇ ਹਾਂ। ਤੁਸੀਂ ਸਾਰੀ ਜਿਹੜੀ ਇਹ ਪੜ੍ਹਾਈ ਜਿਹੜੀ ਤੁਸੀਂ ਆਨਲਾਈਨ ਇਹਨਾਂ ਵੀਡੀਓਜ਼ ਤੋਂ ਕਰ ਰਹੇ ਹੋ, ਇਹਨਾਂ ਨੂੰ ਵਧੀਆ ਤਰੀਕੇ ਕਰੋ। ਇਸੇ ਟੌਪਿਕ ਦਾ ਫਸਟ ਜਿਹੜਾ ਟੌਪਿਕ ਤੁਸੀਂ ਕਾਪੀਜ਼ ਦੇ ਵਿੱਚ ਨੋਟ ਡਾਊਨ ਕੀਤਾ ਹੋਊਗਾ, ਉਹਦੇ ਨਾਲ ਹੀ ਇਹ ਸੈਕਿੰਡ ਟੌਪਿਕ ਉਹਦੇ ਵਿੱਚ ਹੀ ਐਡ ਕਰ ਲੈਣਾ। ਠੀਕ ਹੈ, ਪ੍ਰੈਜੈਂਟੇਸ਼ਨ ਬਹੁਤ ਲੈਂਥੀ ਹੋ ਜਾਣੀ ਸੀ, ਇਸ ਲਈ ਮੈਂ 2 ਪਾਰਟ ਬਣਾਏ ਆ। ਠੀਕ ਹੈ, ਤੋ ਇਹਨੂੰ ਉਸੇ ਵਿੱਚ ਲਿਖਣਾ ਹੈ, ਪਹਿਲੇ ਟੌਪਿਕ ਦੇ ਵਿੱਚ ਹੀ। ਠੀਕ ਹੈ, ਇਸ ਲਈ ਮੈਂ ਇਹਦੇ ਨਾਲ 2 ਪਾਇਆ ਹੈ ਨੰਬਰ, ਤਾਂ ਜੋ ਤੁਹਾਨੂੰ ਸਮਝਣ 'ਚ ਦਿੱਕਤ ਨਾ ਹੋਵੇ। ਤੇ ਬੱਚੇ ਇਸ ਟੌਪਿਕ ਨੂੰ ਲਿਖ ਕੇ ਯਾਦ ਵੀ ਕਰਨਾ ਹੈ, ਏਦਾਂ ਨਹੀਂ ਕਿ ਇਹਨੂੰ ਲਿਖ ਕੇ ਛੱਡ ਦੇਣਾ ਹੈ, ਕਿਉਂਕਿ ਤੁਹਾਡੀ 12ਵੀਂ ਕਲਾਸ ਹੈ, ਪੇਪਰ ਜਿਹੜੇ ਆ ਉਹ ਬੋਰਡ ਦੇ ਤੁਹਾਨੂੰ ਪਤਾ ਹੋਣੇ ਆ, ਤੇ ਤਿਆਰੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਤੁਹਾਡੇ ਐਗਜ਼ਾਮਸ ਦੀ, ਤੇ ਲਿਖ ਕੇ ਯਾਦ ਕਰਨਾ ਹੈ ਨਾਲ ਦੀ ਨਾਲ, ਤੇ ਸੋਹਣੇ ਤਰੀਕੇ ਦੇ ਨਾਲ ਕਾਪੀਜ਼ ਬਣਾਉਣੀਆਂ। ਸਾਰੀਆਂ ਡਾਇਗ੍ਰਾਮਸ ਜੋ ਮੈਂ ਪ੍ਰੈਜੈਂਟੇਸ਼ਨ ਦੇ ਵਿੱਚ ਐਡ ਕਰਦੀ ਆ ਐਜ਼ ਇਟ ਇਜ਼ ਕਾਪੀਜ਼ ਦੇ ਵਿੱਚ ਵੀ ਨੋਟ ਕਰੋ, ਤੇ ਇਹਨੂੰ ਐਜ਼ ਇਟ ਇਜ਼ ਲਿਖ ਲੈਣਾ, ਇਹਦੇ ਵਿੱਚ ਕੁਝ ਵੀ ਐਡਿਟ ਕਰਨ ਦੀ ਲੋੜ ਨਹੀਂ ਆ ਤੁਹਾਨੂੰ। ਮੈਂ ਸਾਰਾ ਕੁਝ ਲਿਖਦੀ ਆ ਇਸ ਲਈ ਪ੍ਰੈਜੈਂਟੇਸ਼ਨ ਦੇ ਵਿੱਚ, ਤਾਂ ਜੋ ਤੁਹਾਨੂੰ ਕੁਝ ਹੋਰ ਫੋਲੋ ਨਾ ਕਰਨਾ ਪਵੇ, ਪੂਰਾ ਟੌਪਿਕ ਕਵਰ ਹੋ ਜਾਵੇ। ਠੀਕ ਹੈ ਰਾਜੇ, ਤੇ ਹੁਣ ਮੈਨੂੰ ਦਲਜੀਤ ਕੌਰ ਨੂੰ ਇਜਾਜ਼ਤ ਦਿਓ। ਆਸ ਕਰਦੀ ਹਾਂ ਤੁਸੀਂ ਸਭ ਖੁਸ਼ ਰਹੋ। ਠੀਕ ਹੈ, ਥੈਂਕ ਯੂ ਵੈਰੀ ਮਚ।